Attention Outlook. ਸ਼ਲੋਕ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਗੁਰਬਾਣੀ ਦੀ ਉਹ ਪੰਕਤੀ ਜਿਸ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਰੂਆਤ ਹੁੰਦੀ ਹੈ ਤੇ ਬਹੁਤ ਹੀ ਮਹੱਤਵਪੂਰਨ ਹੈ ਸਾਡੇ ਲਈ ਇਹ ਸਮਝਣਾ ਕਿ ਪ੍ਰਭੂ ਮੁੱਢ ਤੋਂ ਹੀ ਹੋਂਦ ਵਾਲਾ ਹੈ। ਆਦਿ ਤੋਂ ਭਾਵ ਮੁੱਢ, ਜੁਗਾਦ ਤੋਂ ਭਾਵ ਜੁਗਾਂ ਦਾ ਸ਼ੁਰੂ, ਜਿੱਥੋਂ ਜੁਗਾਂ ਦੀ ਸ਼ੁਰੂਆਤ ਹੋਈ, ਜਿੱਥੋਂ ਇਸ ਸ੍ਰਿਸ਼ਟੀ ਦੀ ਸ਼ੁਰੂਆਤ ਹੋਈ, ਪ੍ਰਭੂ ਉੱਥੇ ਵੀ ਮੌਜੂਦ ਸੀ। ਜਦੋਂ ਜੁਗਾਂ ਦੀ ਸ਼ੁਰੂਆਤ ਹੋਈ, ਪ੍ਰਭੂ ਉੱਥੇ ਵੀ ਮੌਜੂਦ ਸੀ। ਹੈ ਵੀ ਸੱਚ, ਪ੍ਰਭੂ ਅੱਜ ਵੀ ਮੌਜੂਦ ਹੈ, ਅੱਜ ਵੀ ਸਥਿਰ ਹੈ, ਸਦਾ ਕਾਇਮ ਰਹਿਣ ਵਾਲਾ ਹੈ। ਹੋਸੀ ਵੀ ਸੱਚ, ਤੇ ਹੇ ਨਾਨਕ, ਪ੍ਰਭੂ ਫਿਊਚਰ ਦੇ ਵਿੱਚ, ਭਵਿੱਖ ਦੇ ਵਿੱਚ ਵੀ ਸਦਾ ਕਾਇਮ ਰਹੇਗਾ। ਪਰਮਾਤਮਾ ਦੀ ਹੋਂਦ ਕਦੇ ਵੀ ਨਾ ਖਤਮ ਹੋਣ ਵਾਲੀ ਹੈ। ਪਰਮਾਤਮਾ ਦੀ ਹੋਂਦ ਦਾ ਕੋਈ ਸ਼ੁਰੂ ਜਾਂ ਅੰਤ ਨਹੀਂ ਹੈ, ਉਹ ਤੇ ਬਸ ਹੋਂਦ ਦੇ ਵਿੱਚ ਹੀ ਚੱਲਿਆ ਆ ਰਿਹਾ ਹੈ। ਅਸ਼ਟਪਦੀ। ਚਰਨ ਸਤ ਸਤ ਪਰਸਨਹਾਰ, ਪੂਜਾ ਸਤ ਸਤ ਸੇਵਦਾਰ। ਪਰਸਨਹਾਰ ਤੋਂ ਭਾਵ ਚਰਨਾਂ ਨੂੰ ਛੂਹਣ ਵਾਲੇ। ਪ੍ਰਭੂ ਦੇ ਚਰਨ ਵੀ ਸਤ ਹਨ ਤੇ ਉਹਨਾਂ ਚਰਨਾਂ ਨੂੰ ਛੂਹਣ ਵਾਲੇ ਵੀ ਸਤ ਹਨ। ਸਤ ਸ਼ਬਦ ਤੋਂ ਅਰਥ ਹੈ ਸਦਾ ਕਾਇਮ ਰਹਿਣ ਵਾਲੇ ਜਾਂ ਅਟੱਲ। ਸੋ ਇਹਨਾਂ ਪੰਕਤੀਆਂ ਦਾ ਭਾਵ ਬਣ ਜਾਂਦਾ ਹੈ ਕਿ ਉਸ ਪਰਮਾਤਮਾ ਦੇ ਚਰਨ ਵੀ ਸਦਾ ਕਾਇਮ ਰਹਿਣ ਵਾਲੇ ਹਨ ਤੇ ਉਹਨਾਂ ਚਰਨਾਂ ਨੂੰ ਛੂਹਣ ਵਾਲੇ ਵੀ ਅਟੱਲ ਹੋ ਜਾਂਦੇ ਹਨ। ਦਰਸ਼ਨ ਸਤ ਸਤ ਪੇਖਨਹਾਰ, ਨਾਮ ਸਤ ਸਤ ਧਿਆਵਨਹਾਰ। ਪ੍ਰਭੂ ਦੇ ਦਰਸ਼ਨ, ਪ੍ਰਭੂ ਦਾ ਦੀਦਾਰ ਵੀ ਸਦਾ ਕਾਇਮ ਰਹਿਣ ਵਾਲਾ ਹੈ ਤੇ ਦੀਦਾਰ ਕਰਨ ਵਾਲੇ ਵੀ ਸਦਾ ਕਾਇਮ ਰਹਿਣ ਵਾਲੇ ਹੋ ਜਾਂਦੇ ਹਨ। ਇੱਕ ਫਰਕ ਨੂੰ ਸਮਝ ਲੈਣਾ ਬਹੁਤ ਜ਼ਰੂਰੀ ਹੈ। ਪਰਮਾਤਮਾ ਜਿਸ ਪ੍ਰਕਾਰ ਅਸੀਂ ਪਹਿਲਾਂ ਗੱਲ ਕੀਤੀ ਹੈ ਕਿ ਉਹਦੀ ਹੋਂਦ ਬਣੀ ਆ ਰਹੀ ਹੈ, ਉਹਦੀ ਕੋਈ ਸ਼ੁਰੂਆਤ ਜਾਂ ਅੰਤ ਨਹੀਂ ਹੈ। ਪਰ ਜੋ ਜੀਵ ਹਨ, ਉਹਨਾਂ ਦੀ ਸ਼ੁਰੂਆਤ ਵੀ ਹੁੰਦੀ ਹੈ ਤੇ ਉਹਨਾਂ ਦਾ ਅੰਤ ਵੀ ਹੁੰਦਾ ਹੈ। ਪਰ ਉਹਨਾਂ ਦੇ ਜੀਵਨ ਕਾਲ ਦੇ ਦੌਰਾਨ ਉਹਨਾਂ ਦਾ ਇੱਕ ਆਤਮਿਕ ਜੀਵਨ ਹੁੰਦਾ ਹੈ। ਆਪਣੇ ਆਤਮਿਕ ਜੀਵਨ ਨੂੰ ਤੁਸੀਂ ਅਟੱਲ ਕਰ ਸਕਦੇ ਹੋ। ਜਨਮ ਮਰਨ ਦੇ ਗੇੜ ਦੇ ਨੂੰ ਐਕਸਪਲੇਨ ਕਰਨ ਦੇ ਲਈ ਜੋ ਅਸੀਂ ਵੀਡੀਓ ਕੀਤੀ, ਉਹਦੇ ਵਿੱਚ ਇਹ ਗੱਲ ਬੜੀ ਚੰਗੀ ਤਰ੍ਹਾਂ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਜਨਮ ਮਰਨ ਜੋ ਸਾਡੇ ਆਤਮਿਕ ਜੀਵਨ ਦਾ ਹੈ ਉਹ ਕੀ ਹੈ। ਉਸ ਵੀਡੀਓ ਦਾ ਲਿੰਕ ਡਿਸਕ੍ਰਿਪਸ਼ਨ ਸੈਕਸ਼ਨ ਦੇ ਵਿੱਚ ਮੌਜੂਦ ਹੈ, ਜੇਕਰ ਤੁਸੀਂ ਹਾਲੇ ਤੱਕ ਨਹੀਂ ਸੁਣੀ ਹੈ ਤਾਂ। ਸੋ ਇੱਥੇ ਜਦੋਂ ਅਸੀਂ ਕਹਿੰਦੇ ਹਾਂ ਕਿ ਦਰਸ਼ਨ ਸਤ ਸਤ ਪੇਖਨਹਾਰ, ਉਸ ਪਰਮਾਤਮਾ ਦੇ ਦਰਸ਼ਨ ਸਦਾ ਸਥਿਰ ਰਹਿਣ ਵਾਲੇ ਹਨ ਤੇ ਉਹਨਾਂ ਦਰਸ਼ਨਾਂ ਨੂੰ ਕਰਨ ਵਾਲੇ ਵੀ ਸਦਾ ਸਥਿਰ ਰਹਿਣ ਵਾਲੇ ਹੋ ਜਾਂਦੇ ਹਨ। ਇਹ ਤੋਂ ਇਹ ਭਾਵ ਨਹੀਂ ਹੈ ਕਿ ਜਿਸ ਮਨੁੱਖ ਨੇ ਪਰਮਾਤਮਾ ਦੇ ਦਰਸ਼ਨ ਕਰ ਲਏ ਉਹ ਕਦੇ ਮਰੇਗਾ ਹੀ ਨਹੀਂ, ਉਹਦੀ ਹੋਂਦ ਪਰਮਾਤਮਾ ਦੀ ਹੋਂਦ ਵਾਂਗ ਹੋ ਜਾਏਗੀ। ਅਜਿਹਾ ਨਹੀਂ ਹੈ। ਜਦੋਂ ਤੱਕ ਉਹਦੀ ਜ਼ਿੰਦਗੀ ਹੈ, ਉਹਦਾ ਆਤਮਿਕ ਜੀਵਨ ਸਦਾ ਕਾਇਮ ਰਹਿਣ ਵਾਲਾ ਹੋ ਜਾਏਗਾ, ਉਹਦਾ ਆਤਮਿਕ ਜੀਵਨ ਅਟੱਲ ਹੋ ਜਾਏਗਾ। ਆਤਮਿਕ ਤੌਰ ਤੇ ਉਹ ਮਨੁੱਖ ਨਾ ਮਰੇਗਾ ਨਾ ਜੰਮੇਗਾ, ਸਥਿਰ ਹੋ ਜਾਏਗਾ। ਇਸੇ ਪ੍ਰਕਾਰ ਹੀ ਨਾਮ ਸਤ ਸਤ ਧਿਆਵਨਹਾਰ, ਉਸ ਪਰਮਾਤਮਾ ਦਾ ਨਾਮ ਵੀ ਸਦਾ ਅਟੱਲ ਹੈ ਤੇ ਨਾਮ ਦਾ ਸਿਮਰਨ ਕਰਨ ਵਾਲੇ ਵੀ ਅਟੱਲ ਹਨ। ਆਪ ਸਤ ਸਤ ਸਭ ਧਾਰੀ, ਉਹ ਪਰਮਾਤਮਾ ਆਪ ਵੀ ਸਦਾ ਹੋਂਦ ਵਾਲਾ ਹੈ, ਉਹਦੇ ਵੱਲੋਂ ਰਚੀ ਹੋਈ ਉਹਦੀ ਰਚਨਾ ਵੀ ਹੋਂਦ ਵਾਲੀ ਹੈ। ਆਪੇ ਗੁਣ ਆਪੇ ਗੁਣਕਾਰੀ, ਉਹ ਪਰਮਾਤਮਾ ਗੁਣ ਵੀ ਆਪ ਹੈ ਤੇ ਉਹਨਾਂ ਗੁਣਾਂ ਨੂੰ ਗ੍ਰਹਿਣ ਕਰਨ ਵਾਲਾ ਵੀ ਆਪ ਹੈ। ਜਿਸ ਇਨਸਾਨ, ਕਿਸੇ ਵੀ ਜੀਵ ਜਾਂ ਕਿਸੇ ਵੀ ਵਸਤੂ ਨੂੰ ਅਸੀਂ ਗੁਣਕਾਰੀ ਉਦੋਂ ਕਹਿੰਦੇ ਹਾਂ ਜਦੋਂ ਉਹਦੇ ਵਿੱਚ ਗੁਣ ਹੋਣ। ਗੁਣ ਅਲੱਗ ਹੁੰਦਾ ਹੈ
ਉਹ ਵਸਤੂ ਅਲੱਗ ਹੁੰਦੀ ਹੈ। ਜੇਕਰ ਗੁਣ ਉਸ ਵਸਤੂ ਦੇ ਵਿੱਚ ਨਾ ਹੋਵੇ ਤਾਂ ਅਸੀਂ ਉਹਨੂੰ ਗੁਣਹੀਣ ਕਹਿੰਦੇ ਹਾਂ। ਜੇਕਰ ਉਹ ਗੁਣ ਉਹਦੇ ਵਿੱਚ ਆ ਜਾਏ ਤੇ ਅਸੀਂ ਉਹਨੂੰ ਗੁਣਕਾਰੀ ਕਹਿ ਦਿੰਦੇ ਹਾਂ। ਪਰਮਾਤਮਾ ਦੀ ਜਿੱਥੋਂ ਤੱਕ ਗੱਲ ਹੈ ਤੇ ਪਰਮਾਤਮਾ ਖੁਦ ਹੀ ਗੁਣ ਹੈ ਤੇ ਖੁਦ ਹੀ ਗੁਣਕਾਰੀ ਹੈ। ਉੱਥੇ ਫਰਕ ਨਹੀਂ ਹੈ, ਦਵੈਤ ਨਹੀਂ ਹੈ। ਸ਼ਬਦ ਸਤ, ਸਤ ਪ੍ਰਭ ਬਖਤਾ। ਪਰਮਾਤਮਾ ਦੀ ਸਿਫਤ ਸਲਾਹ ਦਾ ਸ਼ਬਦ ਵੀ ਸਦਾ ਕਾਇਮ ਰਹਿਣ ਵਾਲਾ ਹੈ। ਉਹਨਾਂ ਸ਼ਬਦਾਂ ਨੂੰ ਉਚਾਰਨ ਵਾਲਾ ਵੀ ਸਦਾ ਥਿਰ ਹੋ ਜਾਂਦਾ ਹੈ। ਸੁਰਤ ਸਤ, ਸਤ ਜਸ ਸੁਣਤਾ। ਪ੍ਰਭੂ ਦੇ ਵਿੱਚ ਸੁਰਤ ਜੋੜਨੀ, ਪ੍ਰਭੂ ਦੀ ਸਿਫਤ ਸਲਾਹ ਦੀ ਬਾਣੀ ਨੂੰ ਸੁਣਨਾ, ਇਹ ਦੋਨੋਂ ਹੀ ਕਾਰਜ ਸਤ ਹਨ, ਸਦਾ ਥਿਰ ਰਹਿਣ ਵਾਲੇ ਹਨ। ਬੁੱਝਣਹਾਰ ਕਉ ਸਤ ਸਭ ਹੋਏ। ਇੱਥੇ ਆ ਕੇ ਪਿੱਛੇ ਜੋ ਅਸੀਂ ਪੰਕਤੀਆਂ ਪੜ੍ਹ ਲਈਆਂ ਉਹਨਾਂ ਦਾ ਨਿਚੋੜ ਹੋ ਜਾਂਦਾ ਹੈ। ਇਹ ਸਭ ਕੁਝ ਸੱਤ ਤਾਂ ਹੀ ਹੈ ਜੇਕਰ ਤੁਸੀਂ ਪਰਮਾਤਮਾ ਦੀ ਹੋਂਦ ਨੂੰ ਸਮਝਦੇ ਹੋ। ਪਰਮਾਤਮਾ ਦੀ ਹੋਂਦ ਨੂੰ ਸਮਝ ਲੈਣਾ ਤੁਹਾਡੇ ਅਟੱਲ ਹੋਣ ਦੀ ਜੋ ਇਮਾਰਤ ਹੈ ਉਹਦੀ ਨੀਂਹ ਬਣਾਉਂਦਾ ਹੈ। ਜੇਕਰ ਤੁਸੀਂ ਪਰਮਾਤਮਾ ਦੀ ਹੋਂਦ ਨੂੰ ਨਹੀਂ ਸਮਝਦੇ ਤਾਂ ਤੁਹਾਡੀ ਨੀਂਹ ਹੀ ਨਹੀਂ ਬਣੀ, ਉਹਦੇ ਉੱਪਰ ਅਟੱਲਤਾ ਦੀ ਇਮਾਰਤ ਤੁਸੀਂ ਨਹੀਂ ਉਸਾਰ ਸਕਦੇ। ਸੋ ਬੁੱਝਣਹਾਰ ਕਉ ਸਤ ਸਭ ਹੋਈ। ਜਿਸਨੇ ਪਰਮਾਤਮਾ ਦੀ ਹੋਂਦ ਨੂੰ ਸਮਝ ਲਿਆ ਉਹਦੇ ਲਈ ਪਰਮਾਤਮਾ ਦੀ ਰਚੀ ਹੋਈ ਸਾਰੀ ਸ੍ਰਿਸ਼ਟੀ ਵੀ ਹਸਤੀ ਵਾਲੀ ਲੱਗਦੀ ਹੈ। ਉਹਦੀ ਰਚੀ ਹੋਈ ਸ੍ਰਿਸ਼ਟੀ ਉਸ ਇਨਸਾਨ ਨੂੰ ਫਿਰ ਮਿੱਥਿਆ ਨਹੀਂ ਲੱਗਦੀ, ਉਹਨੂੰ ਉਹ ਸਭ ਕੁਝ ਸੱਚ ਲੱਗਦਾ ਹੈ। ਨਾਨਕ ਸਤ ਸਤ ਪ੍ਰਭ ਸੋਏ। ਹੇ ਨਾਨਕ, ਆਪ ਪਰਮਾਤਮਾ ਸਦਾ ਹੀ ਥਿਰ ਰਹਿਣ ਵਾਲਾ ਹੈ, ਸਦਾ ਹੀ ਅਟੱਲ ਹੈ। ਸਤ ਸਰੂਪ ਹਿਰਦੈ ਜਿਨ ਮਾਨਿਆ, ਕਰਨ ਕਰਾਵਨ ਤਿਨ ਮੂਲ ਪਛਾਨਿਆ। ਸਤ ਸਰੂਪ ਤੋਂ ਭਾਵ ਸਦਾ ਕਾਇਮ ਰਹਿਣ ਵਾਲਾ ਉਸ ਅਕਾਲ ਪੁਰਖ ਦਾ ਸਰੂਪ। ਹਿਰਦੈ ਜਿਨ ਮਾਨਿਆ, ਜਿਸ ਮਨੁੱਖ ਨੇ ਸਤ ਸਰੂਪ ਨੂੰ ਆਪਣੇ ਹਿਰਦੇ ਦੇ ਵਿੱਚ ਟਿਕਾ ਲਿਆ, ਆਪਣੇ ਮਨ ਦੇ ਵਿੱਚ ਪੱਕਿਆਂ ਕਰਕੇ ਮੰਨ ਲਿਆ। ਕਰਨ ਕਰਾਵਨ ਤਿਨ ਮੂਲ ਪਛਾਨਿਆ। ਉਹ ਮਨੁੱਖ ਉਸ ਪਰਮਾਤਮਾ ਦਾ ਮੂਲ ਪਛਾਣ ਲੈਂਦਾ ਹੈ। ਇਸ ਜਗਤ ਦਾ ਜੋ ਮੂਲ ਹੈ ਉਹ ਪਰਮਾਤਮਾ, ਉਹਨੂੰ ਉਹ ਮਨੁੱਖ ਪਛਾਣ ਲੈਂਦਾ ਹੈ। ਉਹ ਪਰਮਾਤਮਾ ਜੋ ਖੁਦ ਸਭ ਕੁਝ ਕਰਨ ਅਤੇ ਜੀਵਾਂ ਦੇ ਪਾਸੋਂ ਸਭ ਕੁਝ ਕਰਾਉਣ ਦੇ ਸਮਰੱਥ ਹੈ। ਸੋ ਜਦੋਂ ਅਸੀਂ ਆਪਣੇ ਹਿਰਦੇ ਦੇ ਵਿੱਚ ਸਤ ਸਰੂਪ ਨੂੰ ਪੱਕਿਆਂ ਕਰ ਲਿਆ ਤਾਂ ਅਸੀਂ ਜਗਤ ਦੇ ਮੂਲ ਨੂੰ, ਇਸ ਜਗਤ ਦੀ ਨੀਂਹ ਨੂੰ ਪਛਾਣ ਲੈਂਦੇ ਹਾਂ। ਜਾਕੈ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਜਿਸ ਹਿਰਦੇ ਦੇ ਵਿੱਚ ਪ੍ਰਭੂ ਦੀ ਹਸਤੀ ਦੀ ਹੋਂਦ ਦਾ ਯਕੀਨ ਵੱਜ ਗਿਆ। ਬਹੁਤ ਮਨੁੱਖ ਹੁੰਦੇ ਹਨ ਜੋ ਆਪਣੇ ਆਪ ਨੂੰ ਨਾਸਤਿਕ ਕਹਿੰਦੇ ਹਨ। ਉਹ ਕਹਿੰਦੇ ਹਨ ਕਿ ਪ੍ਰਮਾਤਮਾ ਨਾਂ ਦੀ ਕੋਈ ਚੀਜ਼ ਨਹੀਂ ਹੈ। ਪ੍ਰਮਾਤਮਾ ਦੀ ਹਸਤੀ ਨੂੰ ਉਹ ਮੰਨਦੇ ਨਹੀਂ। ਗੁਰੂ ਜੀ ਕਹਿੰਦੇ ਹਨ ਕਿ ਜਿਸ ਮਨੁੱਖ ਦਾ ਪ੍ਰਮਾਤਮਾ ਦੀ ਹਸਤੀ 'ਤੇ ਯਕੀਨ ਵੱਜ ਗਿਆ, ਉਸ ਦੇ ਮਨ ਵਿੱਚ ਸੱਚਾ ਗਿਆਨ ਪ੍ਰਗਟ ਹੋ ਗਿਆ। ਅਸਲੇ ਦੀ ਉਹਨੂੰ ਸਮਝ ਆ ਜਾਂਦੀ ਹੈ ਕਿ ਅਸਲ ਸਾਡਾ ਮਕਸਦ ਕੀ ਹੈ ਇਸ ਧਰਤੀ ਦੇ ਉੱਪਰ, ਪਰਮਾਤਮਾ ਵੱਲੋਂ ਬਣਾਈ ਗਈ ਇਸ ਸ੍ਰਿਸ਼ਟੀ ਦੇ ਵਿੱਚ। ਫਿਰ ਉਹ ਮਨੁੱਖ ਭੈ ਤੇ ਨਿਰਭਉ ਹੋਏ ਬਸਾਨਾ। ਉਹਦੇ ਅੰਦਰੋਂ ਹਰ ਪ੍ਰਕਾਰ ਦੇ ਡਰ ਖਤਮ ਹੋ ਜਾਂਦੇ ਨੇ। ਨਿਡਰ ਹੋ ਕੇ ਉਹ ਵਸਦਾ ਹੈ। ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ। ਜਿਸ ਪ੍ਰਭੂ ਤੋਂ ਸਾਡੀ ਹੋਂਦ ਹੋਈ ਹੈ, ਜਿਸ ਤੋਂ ਅਸੀਂ ਪੈਦਾ ਹੋਏ ਹਾਂ, ਉਹ ਮਨੁੱਖ ਉਹਦੇ ਵਿੱਚ ਹੀ ਸਮਾਇਆ ਰਹਿੰਦਾ ਹੈ। ਉਹਦੀ ਹਾਲਤ ਇਸ ਪ੍ਰਕਾਰ ਹੋ ਜਾਂਦੀ ਹੈ, ਬਸਤ ਮਾਹੇ ਲੈ ਬਸਤ ਗਡਾਈ, ਤਾ ਕਉ ਭਿੰਨ ਨਾ ਕਹਿਣਾ ਜਾਈ। ਕਿ ਜੇਕਰ ਇੱਕ ਚੀਜ਼ ਦੇ ਵਿੱਚ ਉਸੇ ਵਰਗੀ ਹੋਰ ਚੀਜ਼ ਅਸੀਂ ਰਲਾ ਦਈਏ ਤਾਂ ਦੋਨਾਂ ਦੇ ਵਿੱਚ ਫਰਕ ਕਰਨਾ ਔਖਾ ਹੋ ਜਾਂਦਾ ਹੈ। ਦੋ ਬਰਤਨਾਂ ਦੇ ਵਿੱਚ ਸਾਡੇ ਕੋਲ ਪਾਣੀ ਪਿਆ ਹੈ, ਦੋਨਾਂ ਨੂੰ ਮਿਲਾ ਦਈਏ, ਅਸੀਂ ਇਹ ਨਹੀਂ ਕਹਿ ਪਾਵਾਂਗੇ
ਕਿ ਪਾਣੀ ਦਾ ਇਹ ਹਿੱਸਾ ਇਸ ਬਰਤਨ ਵਾਲਾ ਹੈ ਤੇ ਇਹ ਹਿੱਸਾ ਇਸ ਬਰਤਨ ਵਾਲਾ ਹੈ। ਇਸੇ ਪ੍ਰਕਾਰ ਹੀ ਕੋਈ ਵੀ ਪਦਾਰਥ ਅਸੀਂ ਲੈ ਸਕਦੇ ਹਾਂ। ਦੋ ਬਰਤਨਾਂ ਦੇ ਵਿੱਚ ਉਹੀ ਸੇਮ ਪਦਾਰਥ ਹੈ, ਉਹਨੂੰ ਜਦੋਂ ਅਸੀਂ ਮਿਲਾ ਲਈਏ ਤਾਂ ਬਾਅਦ ਵਿੱਚ ਉਹਨਾਂ 'ਚ ਫਰਕ ਨਹੀਂ ਕਰ ਸਕਦੇ। ਬਸਤ ਮਾਹੇਲੇ ਬਸਤ ਕਢਾਈ, ਤਾ ਕਉ ਭਿੰਨ ਨਾ ਕਹਿਣਾ ਜਾਈ। ਸੋ ਜਦੋਂ ਅਸੀਂ ਆਪਣੇ ਆਪ ਨੂੰ ਪਰਮਾਤਮਾ ਦੇ ਵਿੱਚ ਲੀਨ ਕਰ ਲੈਂਦੇ ਹਾਂ, ਸਾਡੇ ਅਤੇ ਪਰਮਾਤਮਾ ਦੇ ਵਿੱਚ ਫਰਕ ਨਹੀਂ ਰਹਿ ਜਾਂਦਾ। ਸਾਨੂੰ ਫਿਰ ਪਰਮਾਤਮਾ ਤੋਂ ਵੱਖਰਾ ਨਹੀਂ ਕਿਹਾ ਜਾ ਸਕਦਾ। ਬੂਝੈ ਬੂਝਣਹਾਰ ਵਿਵੇਕ, ਪਰ ਇਸ ਵਿਚਾਰ ਨੂੰ ਵਿਚਾਰਨ ਵਾਲਾ ਕੋਈ ਵਿਰਲਾ ਹੀ ਹੁੰਦਾ ਹੈ ਜੋ ਇਸ ਪੂਰੀ ਗੱਲ ਨੂੰ ਸਮਝ ਜਾਂਦਾ ਹੈ। ਜਦੋਂ ਸਮਝ ਗਿਆ, ਨਾਰਾਇਣ ਮਿਲੇ ਨਾਨਕ ਏਕ। ਹੇ ਨਾਨਕ, ਉਹ ਜੀਵ ਉਸ ਪਰਮਾਤਮਾ ਨੂੰ ਮਿਲ ਪੈਂਦਾ ਹੈ ਤੇ ਉਹਦੇ ਨਾਲ ਇੱਕ ਰੂਪ ਹੋ ਜਾਂਦਾ ਹੈ। ਪੂਰੀ ਪਦੀ ਦਾ ਜੇਕਰ ਅਸੀਂ ਸਾਰ ਅੰਸ਼ ਕਰੀਏ ਤਾਂ ਸ਼ੁਰੂਆਤ ਹੁੰਦੀ ਹੈ ਉਸ ਪਰਮਾਤਮਾ ਦੀ ਹਸਤੀ ਨੂੰ ਮੰਨਣ ਤੋਂ, ਉਹਦੀ ਮੂਰਤ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਉਣ ਤੋਂ। ਜਦ ਅਸੀਂ ਉਸ ਪਰਮਾਤਮਾ ਦੀ ਮੂਰਤ ਆਪਣੇ ਹਿਰਦੇ ਦੇ ਵਿੱਚ ਵਸਾ ਲਈ, ਉਹਦੀ ਹਸਤੀ 'ਤੇ ਆਪਣਾ ਯਕੀਨ ਬਣਾ ਲਿਆ, ਫਿਰ ਸਾਨੂੰ ਹਰ ਥਾਂ ਹੀ ਉਹ ਪਰਮਾਤਮਾ ਨਜ਼ਰ ਆਉਣ ਲੱਗਦਾ ਹੈ। ਅਸੀਂ ਸਦਾ ਹੀ ਉਹਦੇ ਵਿੱਚ ਲੀਨ ਹੋਏ ਰਹਿੰਦੇ ਹਾਂ, ਕਦੇ ਵੀ ਆਪਣੇ ਆਪ ਨੂੰ ਉਸ ਪਰਮਾਤਮਾ ਤੋਂ ਵੱਖਰਾ ਨਹੀਂ ਸਮਝਦੇ। ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ। ਇਹ ਵਾਲੀ ਪਦੀ ਦੇ ਵਿੱਚ ਉਸ ਪ੍ਰਭੂ ਦੇ ਸੇਵਕ ਦੀ ਗੱਲ ਹੋ ਰਹੀ ਹੈ। ਗੁਰੂ ਜੀ ਕਹਿੰਦੇ ਹਨ ਕਿ ਪ੍ਰਭੂ ਦਾ ਸੇਵਕ ਸਦਾ ਹੀ ਪ੍ਰਭੂ ਦਾ ਆਗਿਆਕਾਰੀ ਰਹਿੰਦਾ ਹੈ, ਉਹਦੇ ਹੁਕਮ ਦੇ ਵਿੱਚ ਤੁਰਦਾ ਹੈ, ਸਦਾ ਹੀ ਉਸ ਪ੍ਰਭੂ ਦੀ ਪੂਜਾ ਕਰਦਾ ਹੈ। ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ, ਠਾਕੁਰ ਕੇ ਸੇਵਕ ਕੀ ਨਿਰਮਲ ਰੀਤ। ਸੇਵਕ ਦੇ ਮਨ ਵਿੱਚ ਉਸ ਅਕਾਲ ਪੁਰਖ ਦੀ ਹਸਤੀ ਦਾ ਸਦਾ ਹੀ ਵਿਸ਼ਵਾਸ ਬਣਿਆ ਰਹਿੰਦਾ ਹੈ। ਇੱਕ ਪਲ ਦੇ ਲਈ ਵੀ ਉਹਦੇ ਮਨ ਵਿੱਚ ਕਦੇ ਸ਼ੰਕਾ ਨਹੀਂ ਹੁੰਦੀ ਕਿ ਉਹ ਪਰਮਾਤਮਾ ਹੈ ਜਾਂ ਨਹੀਂ ਹੈ। ਉਹਦੀ ਹਸਤੀ ਦੀ ਸਦਾ ਉਹਦੇ ਮਨ ਵਿੱਚ ਪੱਕੀ ਸ਼ਰਧਾ ਬਣੀ ਰਹਿੰਦੀ ਹੈ। ਇਸੇ ਲਈ ਹੀ ਉਹਦੀ ਜ਼ਿੰਦਗੀ ਦੀ ਪੂਰੀ ਰੀਤ ਹੀ ਨਿਰਮਲ ਹੋ ਜਾਂਦੀ ਹੈ, ਉਹਦੇ ਜੀਵਨ ਜਿਉਣ ਦਾ ਢੰਗ ਹੀ ਪਵਿੱਤਰ ਹੋ ਜਾਂਦਾ ਹੈ। ਠਾਕੁਰ ਕਉ ਸੇਵਕ ਜਾਨੈ ਸੰਗ, ਪ੍ਰਭ ਕਾ ਸੇਵਕ ਨਾਮ ਕੈ ਰੰਗ। ਸੇਵਕ ਆਪਣੇ ਮਾਲਕ ਪ੍ਰਭੂ ਨੂੰ ਸਦਾ ਹੀ ਆਪਣੇ ਅੰਗ ਸੰਗ ਜਾਣਦਾ ਹੈ। ਉਹ ਕਿਤੇ ਵੀ ਹੋਵੇ ਦੁਨੀਆ ਦੇ ਵਿੱਚ, ਕਿਤੇ ਵੀ ਉਹ ਸਦਾ ਹੀ ਪਰਮਾਤਮਾ ਨੂੰ ਆਪਣੇ ਅੰਗ ਸੰਗ ਸਮਝਦਾ ਹੈ। ਉਹ ਪਰਮਾਤਮਾ ਨੂੰ ਕਿਸੇ ਖਾਸ ਥਾਂ 'ਤੇ ਕੈਦ ਨਹੀਂ ਕਰਦਾ। ਉਹ ਇਹ ਨਹੀਂ ਮੰਨਦਾ ਕਿ ਪਰਮਾਤਮਾ ਸਿਰਫ ਉਸ ਇੱਕ ਖਾਸ ਥਾਂ ਜਾਂ ਉਸ ਇੱਕ ਖਾਸ ਵਸਤੂ ਦੇ ਵਿੱਚ ਮੌਜੂਦ ਹੈ। ਉਹ ਤੇ ਇਹੀ ਮੰਨਦਾ ਹੈ ਕਿ ਪਰਮਾਤਮਾ ਤੇ ਹਰ ਥਾਂ ਹੈ, ਹਰ ਸ਼ੈ ਦੇ ਵਿੱਚ ਹੈ। ਸਦਾ ਹੀ ਆਪਣੇ ਸੰਗ ਜਾਣਦਾ ਹੈ, ਸਦਾ ਹੀ ਪਰਮਾਤਮਾ ਦੇ ਨਾਮ ਦੀ ਮੌਜ ਵਿੱਚ ਰਹਿੰਦਾ ਹੈ। ਪ੍ਰਭ ਕਾ ਸੇਵਕ ਨਾਮ ਕੈ ਰੰਗ, ਸੇਵਕ ਕਉ ਪ੍ਰਭ ਪਾਲਣ ਹਾਰਾ। ਪ੍ਰਭੂ ਆਪਣੇ ਸੇਵਕ ਨੂੰ ਸਦਾ ਹੀ ਪਾਲਣ ਦੇ ਸਮਰੱਥ ਹੈ। ਸੇਵਕ ਕੀ ਰਾਖੈ ਨਿਰੰਕਾਰਾ, ਸਦਾ ਹੀ ਪ੍ਰਭੂ ਆਪਣੇ ਸੇਵਕ ਦੀ ਲਾਜ ਰੱਖਦਾ ਹੈ। ਸੋ ਸੇਵਕ ਜਿਸ ਦਇਆ ਪ੍ਰਭ ਧਾਰੈ। ਮਹੱਤਵਪੂਰਨ ਗੱਲ ਇਹ ਹੈ ਕਿ ਪ੍ਰਮਾਤਮਾ ਦਾ ਸੇਵਕ ਉਹੀ ਮਨੁੱਖ ਬਣਦਾ ਹੈ ਜਿਸ ਦੇ ਉੱਪਰ ਪ੍ਰਮਾਤਮਾ ਖੁਦ ਮਿਹਰ ਕਰਕੇ ਉਹਨੂੰ ਆਪਣਾ ਸੇਵਕ ਬਣਾਉਂਦਾ ਹੈ। ਨਾਨਕ ਸੋ ਸੇਵਕ ਸਾਸ ਸਾਸ ਸਮਾਰੈ। ਜਿਸ ਨੂੰ ਉਸ ਪ੍ਰਮਾਤਮਾ ਨੇ ਆਪਣਾ ਸੇਵਕ ਬਣਾ ਲਿਆ, ਹੇ ਨਾਨਕ, ਅਜਿਹਾ ਸੇਵਕ ਦਮ ਬਦਮ ਪ੍ਰਭੂ ਨੂੰ ਯਾਦ ਕਰਦਾ ਹੈ। ਆਪਣੇ ਹਰ ਸਾਹ ਦੇ ਨਾਲ ਪ੍ਰਭੂ ਨੂੰ ਯਾਦ ਕਰਦਾ ਹੈ। ਆਪਣੇ ਜਨ ਕਾ ਪਰਦਾ ਢਾਕੈ, ਆਪਣੇ ਸੇਵਕ ਕੀ ਸਰ ਪਰ ਰਾਖੈ। ਪ੍ਰਭੂ ਆਪਣੇ ਸੇਵਕ ਦਾ ਪਰਦਾ ਢੱਕਦਾ ਹੈ, ਸਦਾ ਉਸ ਦੀ ਲਾਜ ਰੱਖਦਾ ਹੈ। ਆਪਣੇ ਦਾਸ ਕਉ ਦੇ ਵਡਾਈ, ਆਪਣੇ ਸੇਵਕ ਕਉ ਨਾਮ ਜਪਾਈ।
ਪ੍ਰਭੂ ਆਪਣੇ ਸੇਵਕ ਨੂੰ ਮਾਣ ਬਖਸ਼ਦਾ ਹੈ। ਸੇਵਕ ਪਾਸੋਂ ਆਪਣਾ ਨਾਮ ਜਪਾਉਂਦਾ ਹੈ। ਆਪਣੇ ਸੇਵਕ ਕੀ ਆਪ ਪਤ ਰਾਖੈ, ਤਾਕੀ ਗਤਮਿਤ ਕੋਇ ਨਾ ਲਾਖੈ। ਪ੍ਰਭੂ ਆਪਣੇ ਸੇਵਕ ਦੀ ਇੱਜ਼ਤ ਆਪ ਰੱਖਦਾ ਹੈ। ਉਸ ਸੇਵਕ ਦੀ ਉੱਚ ਅਵਸਥਾ ਤੇ ਉਸਦੇ ਵਡੱਪਣ ਦਾ ਅੰਦਾਜ਼ਾ ਕੋਈ ਨਹੀਂ ਲਗਾ ਸਕਦਾ। ਅਸੀਂ ਸ਼ਬਦਾਂ ਦੇ ਵਿੱਚ ਇਹ ਕਹਿ ਸਕਦੇ ਹਾਂ ਕਿ ਗੁਰੂ ਨਾਨਕ ਸਾਹਿਬ ਪਰਮਾਤਮਾ ਦੇ ਬਹੁਤ ਨੇੜੇ ਸਨ, ਪਰਮਾਤਮਾ ਦੇ ਨਾਲ ਜੁੜੇ ਹੋਏ ਸਨ, ਪਰ ਉਹਨਾਂ ਦੀ ਜੋ ਮਾਨਸਿਕ ਅਵਸਥਾ ਸੀ ਉਹਨੂੰ ਅਸੀਂ ਮਹਿਸੂਸ ਨਹੀਂ ਕਰ ਸਕਦੇ। ਸਦਾ ਹੀ ਉਸ ਪਰਮਾਤਮਾ ਦੀ ਯਾਦ ਦੇ ਵਿੱਚ ਕਾਇਮ ਰਹਿਣਾ, ਸਦਾ ਹੀ ਸਥਿਰ ਰਹਿਣਾ। ਖੁਸ਼ੀ ਆਵੇ ਚਾਹੇ ਦੁੱਖ ਆਵੇ, ਕਦੇ ਡੋਲੇ ਹੀ ਨਹੀਂ। ਉਹ ਜੋ ਅਵਸਥਾ ਹੈ ਉਹਨੂੰ ਅਸੀਂ ਆਪਣੇ ਸ਼ਬਦਾਂ ਦੇ ਵਿੱਚ ਬਿਆਨ ਕਰਨ ਦੀ ਕੋਸ਼ਿਸ਼ ਤਾਂ ਕਰ ਸਕਦੇ ਹਾਂ, ਪਰ ਮਹਿਸੂਸ ਨਹੀਂ ਕਰ ਸਕਦੇ। ਉਹ ਗੱਲ ਗੁਰੂ ਜੀ ਇਸ ਪੰਕਤੀ ਦੇ ਵਿੱਚ ਕਹਿੰਦੇ ਹਨ ਕਿ ਤਾਕੀ ਗਤਮਿਤ ਕੋਇ ਨਾ ਲਾਖੈ। ਸੇਵਕ ਦੀ ਉੱਚ ਅਵਸਥਾ ਤੇ ਉਹਦੇ ਵਡੱਪਣ ਦਾ ਕੋਈ ਅੰਦਾਜ਼ਾ ਨਹੀਂ ਲਗਾ ਸਕਦਾ। ਪ੍ਰਭ ਕੇ ਸੇਵਕ ਕੋ ਨਾ ਪਹੁੰਚੈ, ਪ੍ਰਭ ਕੇ ਸੇਵਕ ਊਚ ਤੇ ਉੱਚੇ। ਕੋਈ ਵੀ ਮਨੁੱਖ ਪ੍ਰਭੂ ਦੇ ਸੇਵਕ ਦੀ ਬਰਾਬਰੀ ਨਹੀਂ ਕਰ ਸਕਦਾ, ਕਿਉਂਕਿ ਪ੍ਰਭੂ ਦੇ ਸੇਵਕ ਉੱਚਿਆਂ ਤੋਂ ਵੀ ਉੱਚੇ ਹੁੰਦੇ ਹਨ। ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦਇ ਦਿਸ਼ ਪ੍ਰਗਟਾਇਆ। ਹੇ ਨਾਨਕ, ਉਹ ਸੇਵਕ ਦਸਾਂ ਦਿਸ਼ਾਵਾਂ ਦੇ ਵਿੱਚ ਪ੍ਰਗਟ ਹੋ ਜਾਂਦਾ ਹੈ ਜਿਸ ਨੂੰ ਪ੍ਰਭੂ ਨੇ ਆਪਣੀ ਸੇਵਾ ਦੇ ਵਿੱਚ ਲਾਇਆ ਹੈ। ਨੀਕੀ ਕੀਰੀ ਮੈਂ ਕਲ ਰਾਖੈ, ਭਸਮ ਕਰੈ ਲਸ਼ਕਰ ਕੋਟ ਲਾਖੈ। ਨਿੱਕੀ ਜਿਹੀ ਕੀੜੀ ਦੇ ਵਿੱਚ ਵੀ ਪ੍ਰਭੂ ਤਾਕਤ ਭਰ ਕੇ ਭੇਜਦਾ ਹੈ। ਉਸ ਕੀੜੀ ਦੇ ਵਿੱਚ ਇੰਨੀ ਤਾਕਤ ਹੈ ਕਿ ਲੱਖਾਂ ਕਰੋੜਾਂ ਲਸ਼ਕਰਾਂ ਨੂੰ ਵੀ ਸੁਆਹ ਕਰ ਸਕਦੀ ਹੈ। ਜਿਸ ਕਾ ਸਾਸ ਨਾ ਕਾਢਤ ਆਪ, ਤਾਕਉ ਰਾਖਤ ਦੇ ਕਰ ਹਾਥ। ਜਿਸ ਜੀਵ ਦਾ ਸਵਾਸ ਪ੍ਰਭੂ ਆਪ ਨਹੀਂ ਕੱਢਦਾ, ਉਸ ਨੂੰ ਹੱਥ ਦੇ ਕੇ ਰੱਖਦਾ ਹੈ। ਆਪਾਂ ਫਿਰ ਤੋਂ ਉਹ ਉਦਾਹਰਣ ਲੈਂਦੇ ਹਾਂ ਕਿ ਕਈ ਵਾਰ ਬਹੁਤ ਭਿਆਨਕ ਹਾਦਸਾ ਹੋ ਜਾਂਦਾ ਹੈ। ਸਾਡੀ ਮਨੁੱਖੀ ਬੁੱਧੀ ਇਹ ਸੋਚ ਵੀ ਨਹੀਂ ਸਕਦੀ ਕਿ ਉਸ ਭਿਆਨਕ ਹਾਦਸੇ ਦੇ ਵਿੱਚ ਕੋਈ ਜੀਵਤ ਵੀ ਰਹਿ ਸਕਦਾ ਹੈ, ਪਰ ਬਹੁਤ ਵਾਰ ਇੰਜ ਹੋ ਜਾਂਦਾ ਹੈ ਕਿ ਉਸ ਹਾਦਸੇ ਦੇ ਵਿੱਚੋਂ ਵੀ ਜੀਵਤ ਬਾਹਰ ਨਿਕਲ ਆਉਂਦੇ ਨੇ। ਬੜੀ ਹੈਰਾਨੀ ਹੁੰਦੀ ਹੈ ਕਿ ਇਸ ਇੰਨੇ ਭਿਆਨਕ ਹਾਦਸੇ ਦੇ ਵਿੱਚ ਇਹ ਬਚ ਕਿਵੇਂ ਗਿਆ। ਉੱਥੇ ਇਹ ਪੰਕਤੀ ਲਾਗੂ ਹੋ ਜਾਂਦੀ ਹੈ ਕਿ ਜਿਸ ਕਾ ਸਾਸ ਨਾ ਕਾਢਤ ਆਪ, ਤਾਕਉ ਰਾਖਤ ਦੇ ਕਰ ਹਾਥ। ਮਾਨਸ ਜਤਨ ਕਰਤ ਬਹੁ ਭਾਂਤ, ਤਿਸਕੇ ਕਰਤਬ ਬਿਰਥੇ ਜਾਤ। ਮਨੁੱਖ ਬਹੁਤ ਕਿਸਮਾਂ ਦੇ ਯਤਨ ਕਰਦਾ ਹੈ, ਆਪਣੇ ਆਪ ਨੂੰ ਬਚਾਉਣ ਦੇ ਲਈ ਵੀ ਜਾਂ ਆਪਣੇ ਜੀਵਨ ਦੇ ਵਿੱਚ ਹੋਰ ਬਹੁਤ ਸਾਰੇ ਕਾਰਜਾਂ ਨੂੰ ਸਿਰੇ ਚਾੜਨ ਦੇ ਲਈ। ਗੁਰੂ ਜੀ ਕਹਿੰਦੇ ਕਿ ਜੇਕਰ ਪ੍ਰਮਾਤਮਾ ਸਹਾਇਤਾ ਨਾ ਕਰੇ ਤਾਂ ਮਨੁੱਖ ਵੱਲੋਂ ਕੀਤੇ ਹੋਏ ਸਾਰੇ ਹੀ ਯਤਨ, ਸਾਰੇ ਹੀ ਕਰਤੱਵ ਵਿਅਰਥ ਚਲੇ ਜਾਂਦੇ ਹਨ, ਕੰਮ ਸਿਰੇ ਨਹੀਂ ਚੜ੍ਹਦਾ। ਪਹਿਲੀ ਪੰਕਤੀ ਤੋਂ ਇਹ ਉਲਟ ਹੈ। ਪਹਿਲੀ ਪੰਕਤੀ ਦੇ ਵਿੱਚ ਇਹ ਹੈ ਕਿ ਕਈ ਵਾਰ ਭਿਆਨਕ ਹਾਦਸਿਆਂ ਦੇ ਵਿੱਚੋਂ ਵੀ ਜੀਵਤ ਬਾਹਰ ਆ ਜਾਂਦੇ ਨੇ, ਤੇ ਦੂਸਰੀ ਪੰਕਤੀ ਦੇ ਵਿੱਚ ਗੱਲ ਇਹ ਹੈ ਕਿ ਕਈ ਵਾਰ ਮਨੁੱਖ ਆਪਣੇ ਆਪ ਨੂੰ ਬਚਾਉਣ ਦੀ ਲੱਖ ਕੋਸ਼ਿਸ਼ ਕਰਦਾ ਹੈ, ਪਰ ਫਿਰ ਵੀ ਬਚਾ ਨਹੀਂ ਪਾਉਂਦਾ। ਸਭ ਉਸ ਪ੍ਰਮਾਤਮਾ ਦੀ ਮਰਜ਼ੀ ਤੇ ਨਿਰਭਰ ਕਰਦਾ ਹੈ। ਮਾਰੈ ਨਾ ਰਾਖੈ ਅਵਰ ਨਾ ਕੋਏ, ਸਰਬ ਜੀਆਂ ਕਾ ਰਾਖਾ ਸੋਈ। ਪ੍ਰਭੂ ਤੋਂ ਬਿਨਾ ਕੋਈ ਵੀ ਨਾ ਜੀਵਾਂ ਨੂੰ ਮਾਰ ਸਕਦਾ ਹੈ, ਨਾ ਰੱਖ ਸਕਦਾ ਹੈ। ਸਾਰੇ ਜੀਵਾਂ ਦਾ ਰਾਖਾ ਪ੍ਰਭੂ ਆਪ ਹੈ। ਕਾਹੇ ਸੋਚ ਕਰੇ ਰੇ ਪ੍ਰਾਣੀ, ਜਪ ਨਾਨਕ ਪ੍ਰਭ ਅਲਖ ਵਿਡਾਣੀ। ਹੇ ਪ੍ਰਾਣੀ, ਤੂੰ ਕਿਉਂ ਫਿਕਰ ਕਰਦਾ ਹੈ? ਹੇ ਨਾਨਕ,
ਉਸ ਅਲੱਖ ਤੇ ਅਚਰਜ ਪ੍ਰਭੂ ਨੂੰ ਸਿਮਰ। ਕਿਉਂ ਫਿਕਰ ਕਰਦਾ ਹੈ ਤੂੰ ਭਾਵ ਕਿ ਤੂੰ ਆਪਣੇ ਜੀਵਨ ਦੇ ਵਿੱਚ ਜੋ ਕੁਝ ਵੀ ਕਰਦਾ ਹੈ ਉਹਦੇ ਨਤੀਜਿਆਂ ਦੀ ਫਿਕਰ ਨਾ ਕਰ। ਨਤੀਜਾ ਪ੍ਰਮਾਤਮਾ ਨੇ ਨਿਰਧਾਰਤ ਕਰ ਰੱਖਿਆ ਹੁੰਦਾ ਹੈ। ਤੂੰ ਆਪਣੀ ਮਿਹਨਤ ਕਰ, ਆਪਣੇ ਵੱਲੋਂ ਲੋੜੀਂਦਾ ਐਫਰਟ ਪਾ, ਜੋ ਕਾਰਜ ਤੇਰੇ ਵੱਲੋਂ ਲੋੜੀਂਦਾ ਹੈ ਉਹ ਕਾਰਜ ਕਰ। ਉਹਦਾ ਨਤੀਜਾ ਤੈਨੂੰ ਕੀ ਮਿਲਣਾ ਹੈ ਉਹਦੀ ਫਿਕਰ ਨਾ ਕਰ। ਜੇ ਤੂੰ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਹੈ ਕਿਸੇ ਵੀ ਹਾਦਸੇ 'ਚੋਂ, ਜ਼ਰੂਰ ਕਰ, ਪਰ ਤੂੰ ਉਸ ਕੋਸ਼ਿਸ਼ ਦੇ ਵਿੱਚ ਸਫਲ ਹੋਏਗਾ ਜਾਂ ਨਹੀਂ ਇਹ ਤੂੰ ਨਿਰਧਾਰਤ ਨਹੀਂ ਕਰ ਸਕਦਾ। ਇਹ ਗੱਲ ਨੂੰ ਚੇਤੇ ਦੇ ਵਿੱਚ ਰੱਖ। ਸੋ ਸਫਲਤਾ ਜਾਂ ਅਸਫਲਤਾ ਦੀ ਫਿਕਰ ਨਾ ਕਰ, ਉਸ ਪ੍ਰਮਾਤਮਾ ਤੇ ਟੇਕ ਰੱਖ। ਬਾਰੰਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਇਹ ਮਨ ਤਨ ਧਰਪੀਐ। ਘੜੀ ਮੁੜੀ ਪ੍ਰਭੂ ਨੂੰ ਸਿਮਰੀਏ, ਨਾਮ ਅੰਮ੍ਰਿਤ ਪੀ ਕੇ ਆਪਣੇ ਮਨ ਨੂੰ ਅਤੇ ਸਰੀਰਕ ਇੰਦਰੀਆਂ ਨੂੰ ਤ੍ਰਿਪਤ ਕਰ ਦਈਏ, ਰਜਾ ਦਈਏ। ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸ ਕਿਛ ਅਵਰ ਨਾਹੀ ਦ੍ਰਿਸ਼ਟ ਆਇਆ। ਜਿਨ੍ਹਾਂ ਗੁਰਮੁਖਾਂ ਨੇ ਨਾਮ ਰੂਪੀ ਰਤਨ ਲੱਭ ਲਿਆ ਹੈ, ਨਾਮ ਰੂਪੀ ਰਤਨ ਪ੍ਰਾਪਤ ਕਰ ਲਿਆ ਹੈ, ਉਹਨਾਂ ਨੂੰ ਪ੍ਰਭੂ ਤੋਂ ਬਿਨਾਂ ਕਿਤੇ ਵੀ ਕੋਈ ਵੀ ਹੋਰ ਨਹੀਂ ਦਿਖਦਾ। ਨਾਮ ਧਨ ਨਾਮੋ ਰੂਪ ਰੰਗ, ਨਾਮੋ ਸੁਖ ਹਰ ਨਾਮ ਕਾ ਸੰਗ। ਗੁਰਮੁਖਾਂ ਦੇ ਲਈ ਪ੍ਰਮਾਤਮਾ ਦਾ ਨਾਮ ਹੀ ਧਨ ਪਦਾਰਥ ਹੈ, ਪ੍ਰਮਾਤਮਾ ਦਾ ਨਾਮ ਹੀ ਰੰਗ ਰੂਪ ਹੈ, ਪ੍ਰਮਾਤਮਾ ਦਾ ਨਾਮ ਹੀ ਸੁਖ ਹੈ। ਉਹ ਸਦਾ ਹੀ ਪ੍ਰਮਾਤਮਾ ਦੇ ਨਾਮ ਦਾ ਸੰਗ ਕਰਦੇ ਹਨ। ਨਾਮ ਰਸ ਜੋ ਜਨ ਤ੍ਰਿਪਤਾਨੇ, ਮਨ ਤਨ ਨਾਮੈ ਨਾਮ ਸਮਾਨੇ। ਜੋ ਮਨੁੱਖ ਨਾਮ ਦੇ ਸਵਾਦ ਵਿੱਚ ਰੱਜ ਗਏ ਹਨ, ਉਹਨਾਂ ਦੇ ਮਨ ਤਨ ਕੇਵਲ ਪ੍ਰਭੂ ਨਾਮ ਵਿੱਚ ਹੀ ਜੁੜੇ ਰਹਿੰਦੇ ਹਨ। ਉਹਨਾਂ ਦੇ ਲਈ ਊਠਤ ਬੈਠਤ ਸੋਵਤ ਨਾਮ, ਉੱਠੇ ਹੋਏ ਵੀ, ਬੈਠੇ ਹੋਏ ਵੀ, ਸੋਏ ਹੋਏ ਵੀ ਪ੍ਰਮਾਤਮਾ ਦਾ ਨਾਮ ਸਿਮਰਦੇ ਹਨ। ਕਹੋ ਨਾਨਕ ਜਨ ਕੈ ਸਦ ਕਾਮ। ਹੇ ਨਾਨਕ, ਇਹ ਆਖ ਕਿ ਪ੍ਰਮਾਤਮਾ ਦੇ ਸੇਵਕ ਜਨਾਂ ਦਾ ਕੰਮ ਹੀ ਇਹ ਹੋ ਜਾਂਦਾ ਹੈ, ਸਦਾ ਹੀ ਨਾਮ ਸਿਮਰਨਾ ਉਹਨਾਂ ਦੇ ਲਈ ਆਹਰ ਹੋ ਜਾਂਦਾ ਹੈ। ਬੋਲੋ ਜਸ ਜਿਹਬਾ ਦਿਨ ਰਾਤ, ਪ੍ਰਭ ਆਪਣੈ ਜਨ ਕੀਨੀ ਦਾਤ। ਹੇ ਭਾਈ, ਦਿਨ ਰਾਤ ਆਪਣੀ ਜੀਭ ਨਾਲ ਪ੍ਰਭੂ ਦੇ ਗੁਣ ਗਾਵੋ। ਸਿਫਤ ਸਲਾਹ ਕਰਨ ਦੀ ਇਹ ਬਖਸ਼ਿਸ਼ ਪ੍ਰਭੂ ਨੇ ਆਪਣੇ ਸੇਵਕਾਂ ਨੂੰ ਹੀ ਕੀਤੀ ਹੈ। ਜਿਨ੍ਹਾਂ ਸੇਵਕਾਂ ਦੇ ਉੱਪਰ ਪ੍ਰਭੂ ਨੇ ਆਪਣੀ ਮਿਹਰ ਕੀਤੀ ਹੈ, ਉਹਨਾਂ ਨੂੰ ਹੀ ਇਹ ਬਖਸ਼ਿਸ਼ ਹੋਈ ਹੈ ਕਿ ਦਿਨ ਰਾਤ ਆਪਣੀ ਜੀਭ ਦੇ ਨਾਲ ਉਹ ਪ੍ਰਭੂ ਦੇ ਗੁਣ ਗਾਉਂਦੇ ਰਹਿਣ। ਕਰੈ ਭਗਤ ਆਤਮ ਕੈ ਚਾਏ, ਪ੍ਰਭ ਆਪਣੇ ਸਿਓ ਰਹਿ ਸਮਾਈ। ਇਹ ਬਹੁਤ ਹੀ ਮਹੱਤਵਪੂਰਨ ਗੱਲ ਹੈ। ਅਸੀਂ ਪ੍ਰਮਾਤਮਾ ਦੀ ਭਗਤੀ ਕਰਨੀ ਹੈ ਤਾਂ ਆਪਣੀ ਆਤਮਾ ਦੇ ਚਾਅ ਨਾਲ ਕਰਨੀ ਹੈ, ਆਤਮਾ ਦੇ ਉਤਸ਼ਾਹ ਨਾਲ ਕਰਨੀ ਹੈ। ਸਾਡੀ ਭਗਤੀ ਦੇ ਪਿੱਛੇ ਸਾਡੀ ਕੋਈ ਦੁਨਿਆਵੀ ਮਨਸ਼ਾ ਨਹੀਂ ਹੋਣੀ ਚਾਹੀਦੀ। ਜ਼ਿਆਦਾਤਰ ਲੋਕ ਇਸ ਕਰਕੇ ਪੂਜਾ ਕਰਦੇ ਨੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਪੂਜਾ ਕਰਨ ਦੇ ਨਾਲ ਉਹਨਾਂ ਦੇ ਜੀਵਨਾਂ ਦੇ ਵਿੱਚ ਸੁੱਖ ਸ਼ਾਂਤੀ ਬਣੀ ਰਹਿੰਦੀ ਹੈ। ਸੁੱਖ ਸ਼ਾਂਤੀ ਨੂੰ ਬਣਾਈ ਰੱਖਣ ਦੀ ਲਾਲਸਾ ਦੇ ਨਾਲ ਉਹ ਪੂਜਾ ਕਰਦੇ ਨੇ ਜਾਂ ਭਗਤੀ ਕਰਦੇ ਨੇ, ਜਾਂ ਫਿਰ ਦੁਨਿਆਵੀ ਪਦਾਰਥਾਂ ਦੀ ਝਾਕ ਦੇ ਕਾਰਨ ਉਹ ਪੂਜਾ ਜਾਂ ਭਗਤੀ ਕਰਦੇ ਨੇ। ਪੂਜਾ ਕਰਨਗੇ, ਭਗਤੀ ਕਰਨਗੇ ਤੇ ਪ੍ਰਮਾਤਮਾ ਦੇ ਪਾਸੋਂ ਦੁਨਿਆਵੀ ਸਫਲਤਾ ਮੰਗਣਗੇ। ਗੁਰੂ ਜੀ ਕਹਿੰਦੇ ਅਸਲੀ ਭਗਤੀ ਉਹ ਹੈ ਜੋ ਅਸੀਂ ਸਾਡੀ ਆਤਮਾ ਦੇ ਉਤਸ਼ਾਹ ਨਾਲ ਕਰਦੇ ਹਾਂ, ਜੋ ਅਸੀਂ ਤਾਂ ਕਰਦੇ ਹਾਂ ਕਿਉਂਕਿ ਸਾਡਾ ਉਸ ਪ੍ਰਮਾਤਮਾ ਦੇ ਨਾਲ ਪ੍ਰੇਮ ਹੈ। ਸਾਡਾ ਦਿਲ ਮੰਨਦਾ ਹੈ ਕਿ ਪ੍ਰਮਾਤਮਾ ਦੇ ਨਾਲ ਜੁੜਿਆ ਜਾਵੇ। ਸਾਡੀ ਭਗਤੀ ਦੇ ਪਿੱਛੇ ਕੋਈ ਵੀ ਦੁਨਿਆਵੀ ਲਾਲਸਾ ਨਹੀਂ ਹੁੰਦੀ। ਉਹੀ ਭਗਤੀ ਅਸਲੀ ਭਗਤੀ ਹੈ। ਇਸ ਪ੍ਰਕਾਰ ਦੀ ਭਗਤੀ ਜਦੋਂ ਅਸੀਂ ਕਰਦੇ ਹਾਂ ਤਾਂ ਅਸੀਂ ਸਦਾ ਹੀ
ਪ੍ਰਮਾਤਮਾ ਦੇ ਵਿੱਚ ਸਮਾਏ ਰਹਿੰਦੇ ਹਾਂ। ਜੋ ਹੋਆ ਹੋਵਤ ਸੋ ਜਾਣੈ, ਪ੍ਰਭ ਆਪਣੇ ਕਾ ਹੁਕਮ ਪਛਾਨੈ। ਅਜਿਹੇ ਅਸਲੀ ਭਗਤ, ਅਸਲੀ ਸੇਵਕ ਆਪਣੇ ਪ੍ਰਭੂ ਦਾ ਹੁਕਮ ਪਛਾਣਦੇ ਹਨ। ਜੋ ਕੁਝ ਹੋ ਰਿਹਾ ਹੈ ਉਹਨੂੰ ਪ੍ਰਮਾਤਮਾ ਦੀ ਰਜ਼ਾ ਸਮਝ ਕੇ ਖਿੜੇ ਮੱਥੇ ਕਬੂਲ ਕਰਦੇ ਹਨ। ਤਿਸ ਕੀ ਮਹਿਮਾ ਕੌਣ ਬਖਾਨੋ, ਤਿਸ ਕਾ ਗੁਣ ਕਹਿ ਏਕ ਨਾ ਜਾਨੋ। ਗੁਰੂ ਜੀ ਕਹਿੰਦੇ ਕਿ ਇਹੋ ਜਿਹੇ ਸੇਵਕ ਦੀ ਮੈਂ ਕਿਹੜੀ ਵਡਿਆਈ ਦੱਸਾਂ, ਮੈਂ ਉਸ ਸੇਵਕ ਦਾ ਇੱਕ ਗੁਣ ਵੀ ਬਿਆਨ ਨਹੀਂ ਕਰ ਸਕਦਾ। ਆਠ ਪਹਿਰ ਪ੍ਰਭ ਬਸੈ ਹਜੂਰੇ, ਕਹੋ ਨਾਨਕ ਸੇਈ ਜਨ ਪੂਰੇ। ਹੇ ਨਾਨਕ, ਇਹ ਆਖ ਕਿ ਉਹੀ ਮਨੁੱਖ ਸੰਪੂਰਨ ਹਨ ਜੋ ਅੱਠੇ ਪਹਿਰ ਪ੍ਰਭੂ ਦੀ ਹਜ਼ੂਰੀ ਵਿੱਚ ਵਸਦੇ ਹਨ। ਮਨ ਮੇਰੇ ਤਿਨ ਕੀ ਓਟ ਲੇ, ਮਨ ਤਨ ਆਪਣਾ ਤਿਨ ਜਨ ਦੇ। ਜਿਸ ਸੱਚੇ ਭਗਤ ਦੀ, ਸੱਚੇ ਸੇਵਕ ਦੀ ਗੱਲ ਪਿਛਲੀ ਪਦੀ ਦੇ ਵਿੱਚ ਹੋਈ ਹੈ, ਜੋ ਸਦਾ ਹੀ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਵਸਦਾ ਹੈ, ਗੁਰੂ ਜੀ ਕਹਿੰਦੇ ਹੇ ਮੇਰੇ ਮਨ, ਅਜਿਹੇ ਭਗਤ ਦੀ ਸ਼ਰਨ ਪੈ ਜਾ। ਅਜਿਹੇ ਭਗਤ ਦਾ ਓਟ ਆਸਰਾ ਲੈ ਤੇ ਆਪਣਾ ਮਨ ਤਨ ਉਹਦੇ ਅੱਗੇ ਨਿਸ਼ਾਵਰ ਕਰ ਦੇ, ਕੁਰਬਾਨ ਕਰ ਦੇ। ਜਿਨ ਜਿਨ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਬ ਥੋਕ ਕਾ ਦਾਤਾ। ਜਿਸ ਜਿਸ ਮਨੁੱਖ ਨੇ ਵੀ ਆਪਣੇ ਪ੍ਰਭੂ ਨੂੰ ਪਛਾਣ ਲਿਆ ਹੈ, ਉਹ ਸਾਰੇ ਹੀ ਪਦਾਰਥਾਂ ਨੂੰ ਦੇਣ ਦੇ ਸਮਰੱਥ ਹੋ ਜਾਂਦਾ ਹੈ। ਸਰਬ ਥੋਕ ਭਾਵ ਸਾਰੇ ਪਦਾਰਥਾਂ ਦਾ ਦਾਤਾ ਬਣ ਜਾਂਦਾ ਹੈ। ਤਿਸ ਕੀ ਸ਼ਰਨ ਸਰਬ ਸੁਖ ਪਾਵੈ, ਤਿਸ ਕੈ ਦਰਸ਼ ਸਭ ਪਾਪ ਮਿਟਾਵੈ। ਉਹਦੀ ਸ਼ਰਨ ਦੇ ਵਿੱਚ ਜਾ ਕੇ ਸਾਰੇ ਹੀ ਮਨੁੱਖ ਸਾਰੇ ਹੀ ਸੁੱਖ ਪ੍ਰਾਪਤ ਕਰ ਲੈਂਦੇ ਹਨ। ਉਹਦੇ ਦਰਸ਼ਨ ਕਰਕੇ ਉਹਨਾਂ ਦੇ ਮਨਾਂ ਤੋਂ ਪਾਪ ਮਿਟ ਜਾਂਦੇ ਹਨ। ਅਵਰ ਸਿਆਣਪ ਸਗਲੀ ਛਾੜ, ਤਿਸ ਜਨ ਕੀ ਤੂੰ ਸੇਵਾ ਲਾਗ। ਇਸ ਕਰਕੇ ਹੋਰ ਸਾਰੀ ਚਤੁਰਾਈ ਛੱਡ ਦੇ, ਹੇ ਮੇਰੇ ਮਨ, ਉਸ ਸੇਵਕ ਦੀ ਸੇਵਾ ਦੇ ਵਿੱਚ ਜੁਟ ਪੈ। ਆਵਨ ਜਾਨ ਨਾ ਹੋਵੀ ਤੇਰਾ, ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ। ਜੋ ਸੱਚਾ ਸੇਵਕ ਹੈ, ਹੇ ਨਾਨਕ, ਉਸ ਸੇਵਕ ਦੇ ਪੈਰਾਂ ਨੂੰ ਪੂਜ। ਇਸ ਪ੍ਰਕਾਰ ਤੇਰਾ ਜਗਤ ਦੇ ਵਿੱਚ ਮੁੜ ਮੁੜ ਆਉਣ ਜਾਣ ਦਾ ਜੋ ਚੱਕਰ ਹੈ ਉਹ ਖਤਮ ਹੋ ਜਾਏਗਾ। ਤੂੰ ਸਥਿਰਤਾ ਨੂੰ ਹਾਸਿਲ ਕਰ ਲਵੇਂਗਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 285ਵੇਂ ਅਤੇ 86ਵੇਂ ਅੰਗ ਤੇ ਵਿਰਾਜਮਾਨ ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਇਹ 17ਵੀਂ ਅਸ਼ਟਪਦੀ ਦੀ ਵਿਆਖਿਆ ਆਪਾਂ ਸਮਾਪਤ ਕੀਤੀ ਹੈ। ਇਸ ਅਸ਼ਟਪਦੀ ਦੇ ਵਿੱਚ ਵੀ ਪਿਛਲੀਆਂ ਦੋ ਅਸ਼ਟਪਦੀਆਂ ਦੀ ਤਰ੍ਹਾਂ ਹੀ ਉਸ ਪਰਮਾਤਮਾ ਦੀ ਵਡਿਆਈ ਕੀਤੀ ਗਈ ਹੈ, ਉਹਦੀ ਸਿਫਤ ਸਲਾਹ ਕੀਤੀ ਗਈ ਹੈ। ਗੁਰੂ ਜੀ ਨੇ ਸਾਨੂੰ ਦੱਸਿਆ ਹੈ ਕਿ ਅਸਲੀ ਭਗਤ ਕੌਣ ਹੁੰਦਾ ਹੈ, ਪਰਮਾਤਮਾ ਦਾ ਅਸਲੀ ਸੇਵਕ ਕੌਣ ਹੁੰਦਾ ਹੈ। ਨਾਲ ਦੀ ਨਾਲ ਸਾਨੂੰ ਇਹ ਵੀ ਦੱਸਿਆ ਹੈ ਕਿ ਜੇਕਰ ਅਸੀਂ ਉਸ ਪਰਮਾਤਮਾ ਦੀ ਪੂਜਾ ਕਰਨੀ ਹੈ, ਉਹਦੀ ਭਗਤੀ ਕਰਨੀ ਹੈ, ਤਾਂ ਆਪਣੀ ਆਤਮਾ ਦੇ ਚਾਅ ਨਾਲ ਕਰੀਏ, ਆਤਮਾ ਦੇ ਉਤਸ਼ਾਹ ਨਾਲ ਕਰੀਏ। ਸਾਨੂੰ ਭਗਤੀ ਕਰਕੇ ਖੁਸ਼ੀ ਮਿਲਦੀ ਹੋਵੇ, ਅਸੀਂ ਤਾਂ ਭਗਤੀ ਕਰੀਏ। ਇਹ ਨਹੀਂ ਹੋਣਾ ਚਾਹੀਦਾ ਕਿ ਸਾਡੀਆਂ ਕੋਈ ਦੁਨਿਆਵੀ ਲਾਲਸਾਵਾਂ ਹੋਣ ਜਿਨ੍ਹਾਂ ਦੀ ਪ੍ਰਾਪਤੀ ਦੇ ਲਈ ਅਸੀਂ ਭਗਤੀ ਕਰਦੇ ਹੋਈਏ। ਉਹ ਭਗਤੀ ਅਸਲੀ ਭਗਤੀ ਨਹੀਂ ਹੋਏਗੀ, ਉਹ ਭਗਤੀ ਤੁਹਾਡੇ ਦਿਲ 'ਚੋਂ ਨਿਕਲੀ ਹੋਈ ਭਗਤੀ ਨਹੀਂ ਹੋਏਗੀ। ਆਓ ਉਸ ਪਰਮਾਤਮਾ ਦੀ ਹਸਤੀ ਨੂੰ ਮੰਨੀਏ, ਆਪਣਾ ਯਕੀਨ ਬਣਾਈਏ ਉਸ ਪ੍ਰਭੂ ਦੀ ਹਸਤੀ ਦੇ ਵਿੱਚ, ਉਹਦੀ ਹਸਤੀ ਨੂੰ ਆਪਣੇ ਹਿਰਦੇ ਦੇ ਵਿੱਚ ਪੱਕਿਆਂ ਕਰ ਲਈਏ। ਸਦਾ ਉਹਦੇ ਹੁਕਮ ਦੇ ਵਿੱਚ ਰਹੀਏ, ਸਦਾ ਉਹਦੀ ਰਜ਼ਾ ਨੂੰ ਪਛਾਣੀਏ, ਉਹਦੀ ਰਜ਼ਾ ਨੂੰ ਖਿੜੇ ਮੱਥੇ ਸਵੀਕਾਰ ਕਰੀਏ। ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਪ੍ਰਮਾਤਮਾ ਸਾਨੂੰ ਬਲ ਬੁੱਧੀ ਬਖਸ਼ੇ ਇਹਨਾਂ ਸਾਰੀਆਂ ਹੀ ਸਿੱਖਿਆਵਾਂ ਦੇ ਉੱਪਰ ਅਮਲ ਕਰਨ ਦੀ। ਇਸੇ ਹੀ ਸੰਦੇਸ਼ ਦੇ ਨਾਲ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।